ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀ ਫਿਰ ਘੜੀ ਬਖਸ਼ੀ, ਜਿਸ ਦੇ ਵਿੱਚ ਸਾਸਕਰਾ ਸਿਮਰਨ ਹੋਇਆ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਜੇ ਅਸੀਂ ਸੁੱਖ ਚਾਹੁੰਦੇ ਹਾਂ ਤਾਂ ਸਾਨੂੰ ਗੁਰਮੰਤਰ ਨੂੰ ਦ੍ਰਿੜ ਕਰਨਾ ਚਾਹੀਦਾ। ਜਿਹਨੂੰ ਮਹਾਰਾਜ ਕਹਿੰਦੇ ਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰਮੰਤਰ ਨੂੰ ਦ੍ਰਿੜ ਕਰਨ ਦੇ ਨਾਲ ਸਾਡਾ ਜਿਹੜਾ ਮਨ ਆ ਉਹ ਆਪਣੇ ਘਰ ਵਿੱਚ ਵਸਦਾ ਆ, ਨਿਜ ਘਰ ਦੇ ਵਿੱਚ, ਥਿਰ ਘਰ ਦੇ ਵਿੱਚ, ਜਿੱਥੇ ਸਦੀਵੀ ਸੁੱਖ ਆ। ਅਤੇ ਜਿਹਦਾ ਮਨ ਸੁਖੀ ਆ ਉਹ ਜਦੋਂ ਬਾਹਰ ਵਿਚਰਦਾ ਆ ਸੰਸਾਰ ਵਿੱਚ, ਉਹਨੂੰ ਇੱਥੇ ਵੀ ਸੁੱਖ ਮਹਿਸੂਸ ਹੁੰਦਾ ਹੈ। ਜਿਹੜੇ ਗੁਰਸਿੱਖ ਗੁਰਮੁਖ ਜਾਣੇ ਆ, ਜਿਨ੍ਹਾਂ ਦਾ ਘਰ ਦੇ ਵਿੱਚ ਵਾਸਾ ਹੁੰਦਾ, ਆਪਣੇ ਨਿਜ ਮਹਿਲ ਦੇ ਵਿੱਚ ਉਹਨਾਂ ਦਾ ਮਨ ਵਸਦਾ ਆ, ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ, ਸੰਸਾਰ ਵਿੱਚ ਵਿਚਰਦੇ ਆ ਅਤੇ ਉਹਨਾਂ ਨੂੰ ਸੁੱਖ ਹੀ ਦਿਸਦਾ ਆ। ਸਭ ਸੁੱਖ ਹੀ ਹੈ ਰੇ। ਉਹਨਾਂ ਨੂੰ ਦੁੱਖ ਨਹੀਂ ਮਹਿਸੂਸ ਹੁੰਦਾ, ਕਿਉਂਕਿ ਉਹਨਾਂ ਦਾ ਜਿਹੜਾ ਮਨ ਆ ਉਹ ਤ੍ਰੈਗੁਣ ਤੋਂ ਅਤੀਤ ਹੋ ਚੁੱਕਾ ਆ। ਉਹ ਕਾਮ ਕ੍ਰੋਧ ਹੰਕਾਰ ਦੇ ਅਧੀਨ ਨਹੀਂ, ਹਮੇਸ਼ਾ ਨਾਮ ਨਾਲ ਜੁੜਿਆ ਹੁੰਦਾ। ਇਸ ਤਰੀਕੇ ਦੇ ਨਾਲ ਅਸੀਂ ਵੀ ਕੋਸ਼ਿਸ਼ ਕਰਨੀ ਆ ਕਿ ਸਾਡਾ ਮਨ ਜਿਹੜਾ ਆ ਉਹ ਨਾਮ ਦੇ ਦਾਇਰੇ ਵਿੱਚ ਰਹਿਣਾ ਸਿੱਖੇ, ਨਾਮ ਨੂੰ ਆਪਣੇ ਅੰਦਰ ਵਸਾਏ। ਗੁਰਮੰਤਰ ਅਸੀਂ ਜਪਦੇ ਹਾਂ ਕਿ ਅਸੀਂ ਆਪਣੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨਾ, ਇਸ ਨੂੰ ਆਪਣੇ ਘਰ ਵਿੱਚ ਭੇਜਣ ਲਈ ਸੁਣ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਤੇ ਪਾਏ ਵਿਚਾਰਾ ਸੁਣ, ਸਮਾਧ ਸੱਚੇ ਘਰ ਬਾਹਰਾ। ਉਸ ਸੁਣ ਦੇ ਵਿੱਚ ਹੈ ਉਹ ਨਾਮ ਪ੍ਰਭੂ ਦਾ, ਜਿਸ ਦੁਆਰਾ ਸਾਰੀ ਉਤਪਤੀ ਹੋਈ, ਜਿਹਨੂੰ ਮਹਾਰਾਜ ਕਹਿੰਦੇ ਆ ਉਤਪਤ ਪਰਲੋ ਸਭ ਦੇ ਹੀ ਹੋਵੇ, ਸਭ ਦੇ ਹੀ ਫਿਰ ਉਪਤ ਹੋਵੇ। ਉਸ ਨੂੰ ਰਾਮ ਦਾ ਨਾਮ ਕਹਿ ਦਿੱਤਾ। ਮਹਾਰਾਜ ਕਹਿੰਦੇ ਆ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੇ ਨਾਮ ਸਮਾਇੰਦਾ। ਕਿ ਰਾਮ ਦਾ ਨਾਮ ਆ, ਉਹਦੇ ਵਿੱਚ ਸਮਾ ਕੇ ਅਸੀਂ ਹਰੀ ਨਾਮ ਅਲਾਪ ਕਰਨਾ ਹੈ। ਇਸ ਦਾ ਭੇਦ ਸਾਨੂੰ ਸਾਰਾ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ, ਤਰਤੀਬ ਨਾਲ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ A to Z। ਕਿਵੇਂ ਅਸੀਂ ਤ੍ਰੈਗੁਣਾਂ ਤੋਂ ਅਤੀਤ ਹੋਣਾ, ਕਿਵੇਂ ਵਿਚਾਰਾਂ ਤੋਂ ਰਹਿਤ ਹੋ ਕੇ ਘਰ 'ਚ ਬਹਿਣਾ, ਕਿਵੇਂ ਨਾਮ ਨਾਲ ਜੁੜ ਕੇ ਫਿਰ ਅਸੀਂ ਹਰੀ ਨਾਲ ਮਿਲਾਪ ਕਰਨਾ। ਇਹ ਵੀ ਸਮਝਾਇਆ ਹੋਇਆ ਕਿ ਅਸੀਂ ਪਹਿਲਾਂ ਵਿਛੋੜੇ ਗਏ ਪ੍ਰਮਾਤਮਾ ਤੋਂ, ਉਹ ਕਿਵੇਂ ਹੋਇਆ, ਕਿਵੇਂ ਅਸੀਂ ਫਿਰ ਜਦੋਂ ਪ੍ਰਮਾਤਮਾ ਨਾਲ ਮਿਲਾਪ ਕਰਦੇ ਸਾਡਾ ਮਨ ਆਨੰਦ ਵਿੱਚ ਰਹਿੰਦਾ ਹੈ। ਇਤਿਹਾਸ ਦੇ ਵਿੱਚ ਤੁਸੀਂ ਉਹਨਾਂ ਗੁਰਸਿੱਖਾਂ ਦੀਆਂ ਕੁਰਬਾਨੀਆਂ ਦੇਖ ਸਕਦੇ ਜਿਹੜੇ ਅਮਰ ਸਨ, ਜੋ ਜੀਵਨ ਮੁਕਤ ਸਨ। ਜਿਵੇਂ ਪਿਛਲੇ ਹਫ਼ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਪੁਰਬ ਸੀ, ਅਤੇ ਉਹਨਾਂ ਗੁਰਮੁਖਾਂ ਨੂੰ ਯਾਦ ਕਰਦੇ ਹੋਏ ਅਸੀਂ ਜੇ ਹਿਸਟਰੀ ਪੜ੍ਹਦੇ ਹਾਂ, ਇਤਿਹਾਸ ਨੂੰ ਵਾਚਦੇ ਹਾਂ, ਅਤੇ ਸਾਨੂੰ ਪਤਾ ਲੱਗਦਾ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਐਂਡ ਸਮੇਂ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ। ਜਿਹੜਾ ਜਲਾਦ ਸੀ ਉਹ ਉਹਨਾਂ ਦਾ ਸਰੀਰ ਨੂੰ ਕੱਟਣ ਲੱਗਾ ਅਤੇ ਉਹ ਗੁੱਟ ਤੋਂ ਸ਼ੁਰੂ ਕਰਨ ਲੱਗਾ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਤੈਨੂੰ ਹੁਕਮ ਹੋਇਆ ਆ ਕਿ ਬੰਦ ਕੱਟਣਾ, ਤੂੰ ਇੱਥੋਂ ਮੋਹਰੋਂ ਉਂਗਲਾਂ ਤੋਂ ਸ਼ੁਰੂ ਕਰ। ਐਸੇ ਗੁਰਮੁਖ ਜਨ, ਇਹਨਾਂ ਦੀਆਂ ਮਿਸਾਲਾਂ ਮਿਲਦੀਆਂ ਸਾਨੂੰ ਇਤਿਹਾਸ ਦੇ ਵਿੱਚ ਕਿ ਗੁਰਮੁਖ ਜਿਹੜੇ ਜੀਵਨ ਮੁਕਤ ਆ, ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ, ਪਰਮਾਤਮਾ ਨੂੰ, ਅਤੇ ਉਹਨਾਂ ਵਿੱਚ ਅਭੇਦ ਹੋ ਚੁੱਕੇ ਆ, ਅਮਰ ਪਦਵੀ ਨੂੰ ਉਹਨਾਂ ਨੇ ਹਾਸਲ ਕਰ ਲਿਆ, ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ, ਅਤੇ ਉਹਨਾਂ ਦੇ ਅੰਦਰ ਕਿੰਨੀ ਆਤਮਿਕ ਤਾਕਤ ਆ, ਕਿਵੇਂ ਉਹ ਮੌਤ ਦੇ ਸਾਹਮਣੇ ਵੀ ਡਰਦੇ ਨਹੀਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਿਉਂ-ਜਿਉਂ ਜਲਾਦ ਕੱਟਣ ਲੱਗਾ ਅਤੇ ਉਹ ਆਪਣੀ ਸੁਰਤੀ ਪਿਛਾਂਹ ਨੂੰ ਖਿੱਚਦੇ ਗਏ, ਅਤੇ ਆਖਰਕਾਰ ਉਹ ਸੱਚ ਵਿੱਚ ਸਮਾ ਗਏ। ਸੁਰਤੀ 'ਤੇ ਉਹਨਾਂ ਦਾ ਇੰਨਾ ਕੰਟਰੋਲ ਸੀ ਕਿਉਂਕਿ ਉਹਨਾਂ ਨੇ ਅਭਿਆਸ ਕੀਤਾ, ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਹੋਇਆ ਸੀ। ਹੁਣ ਅਸੀਂ ਜਿਹੜੇ ਆਮ ਜੀਵ ਹਾਂ, ਅਸੀਂ ਵੀ ਸਾਰੇ ਗੁਰੂ ਸਾਹਿਬ ਦੇ ਸਿੱਖ ਹਾਂ, ਉਹ ਵੀ ਗੁਰੂ ਸਾਹਿਬ ਦੇ ਸਿੱਖ ਹਨ ਜੋ ਪੁਰਾਤਨ ਗੁਰਮੁਖ ਸ਼ਹੀਦ ਹੋਏ, ਅਤੇ ਅਸੀਂ ਵੀ ਸਾਰੇ ਉਸੇ ਗੁਰੂ ਦੇ ਸਿੱਖ ਹਾਂ। ਪਰ ਸਾਡੀ ਅਵਸਥਾ ਉਹ ਜਿਹੀ ਕਿਉਂ ਨਹੀਂ ਬਣਦੀ? ਗੱਲ ਇਹ ਹੈ ਕਿ ਅਸੀਂ ਜਿਹੜਾ ਅਭਿਆਸ ਆ, ਅਖਾਤਾ ਭੇਦ ਆ, ਉਹ ਲੈਣੋਂ ਹਟ ਗਏ।
ਜਿਉਂ-ਜਿਉਂ ਸਮਾਂ ਚੱਲਦਾ ਗਿਆ, ਕਲਯੁਗ ਵੱਧਦਾ ਗਿਆ, ਅਤੇ ਇਹ ਜਿਹੜਾ ਗਿਆਨ ਆ ਨਾਮ ਦਾ, ਅਸੀਂ ਇਸ ਤੋਂ ਪਰਾਂ ਹਟਦੇ ਗਏ। ਅਸੀਂ ਸਹੀ ਮਾਇਨਿਆਂ ਦੇ ਵਿੱਚ ਗੁਰਬਾਣੀ ਨੂੰ ਪੜ੍ਹਿਆ ਨਹੀਂ, ਨਾ ਵਿਚਾਰਿਆ। ਸਾਧੂ ਸੰਤ ਦੱਸਦੇ ਰਹੇ ਕਿ ਨਾਮ ਜਪੋ, ਅਸੀਂ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਅਸੀਂ ਉਹ ਪ੍ਰੈਕਟੀਕਲ ਕੀਤਾ ਨਹੀਂ, ਤਾਂ ਸਾਡੀ ਅਵਸਥਾ ਉਹੋ ਜਿਹੀ ਨਹੀਂ। ਹੁਣ ਜੇਕਰ ਅਸੀਂ ਅਭਿਆਸ ਕਰਨ ਲੱਗ ਪਈਏ ਤਾਂ ਸਾਨੂੰ ਫਿਰ ਪ੍ਰੈਕਟੀਕਲ ਹੋਵੇ ਅਤੇ ਫਿਰ ਅਸੀਂ ਸੱਚ ਦੇ ਵਿੱਚ ਸਮਾਉਂਦੇ ਹਾਂ ਤਾਂ ਅਸੀਂ ਵੀ ਅਮਰ ਪਦ ਵੀ ਹਾਸਲ ਕਰ ਸਕਦੇ, ਜਿਵੇਂ ਪੁਰਾਤਨ ਗੁਰਮੁਖਾਂ ਨੇ ਕੀਤੀ ਅਤੇ ਜਿਹੜੇ ਗੁਰਮੁਖ ਅਭਿਆਸੀ ਅੱਜ ਵੀ ਕਰਦੇ ਨੇ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਅੰਦਰ ਦ੍ਰਿੜਤਾ ਹੋਵੇ। ਹੁਣ ਜਿਵੇਂ ਅਸੀਂ ਸ਼ਹੀਦਾਂ ਦੇ ਇਤਿਹਾਸ ਪੜ੍ਹਦੇ ਹਾਂ, ਇਵੇਂ ਹੀ ਭਗਤਾਂ ਦਾ ਇਤਿਹਾਸ ਅਸੀਂ ਗੁਰਬਾਣੀ ਰਾਹੀਂ ਵੀ ਦੇਖ ਸਕਦੇ ਹਾਂ ਕਿ ਗੁਰਬਾਣੀ ਦੇ ਵਿੱਚ ਜਿਵੇਂ ਭਗਤ ਨਾਮਦੇਵ ਜੀ ਨੂੰ ਰਾਜੇ ਨੇ ਗ੍ਰਿਫਤਾਰ ਕੀਤਾ ਅਤੇ ਕਿਹਾ ਸੀਗਾ ਕਿ ਗਊ ਨੂੰ ਜਿੰਦੀ ਕਰ ਦੇ, ਅਤੇ ਭਗਤ ਨਾਮਦੇਵ ਜੀ ਨੇ ਕਿਹਾ ਕਿ ਮੈਂ ਕਰਾਮਾਤ ਨਹੀਂ ਕਰਨੀ, ਕਿ ਇਹ ਪ੍ਰਮਾਤਮਾ ਦੇ ਹੱਥ ਵਾਸੇ ਆ, ਗਊ ਨੂੰ ਜਿੰਦੀ ਕਰਨਾ, ਮੈਂ ਨਹੀਂ ਇਹ ਕੰਮ ਕਰਨਾ। ਭਗਤ ਨਾਮਦੇਵ ਜੀ ਦੀ ਮਾਤਾ ਨੇ ਵੀ ਕਿਹਾ ਕਿ ਤੂੰ ਇਹ ਰਾਜੇ ਦੇ ਆਖੇ ਲੱਗ ਜਾ ਅਤੇ ਰਾਮ ਜਪਣ ਦੀ ਜਗ੍ਹਾ ਤੂੰ ਖੁਦਾ ਖੁਦਾ ਕਰਨ ਲੱਗ ਪਾ, ਜਿੱਦਾਂ ਇਹ ਮੁਸਲਮਾਨ ਕਰਦੇ ਆ। ਭਗਤ ਨਾਮਦੇਵ ਜੀ ਦੇ ਵਿੱਚ ਇੰਨੀ ਦ੍ਰਿੜਤਾ ਕਿ ਉਹਨਾਂ ਨੇ ਆਪਣੀ ਮਾਤਾ ਨੂੰ ਕਹਿ ਦਿੱਤਾ ਕਿ ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ, ਕਿ ਮੈਂ ਤੇਰਾ ਪੁੱਤਰ ਨਹੀਂ, ਤੂੰ ਮੇਰੀ ਮਾਤਾ ਨਹੀਂ, ਮੇਰਾ ਸਰੀਰ ਚਲਿਆ ਜਾਏ ਪਰ ਮੈਂ ਵੀ ਹਰੀ ਦੇ ਗੁਣ ਗਾਉਣੋਂ ਨਹੀਂ ਹਟਣਾ। ਐਸੀ ਦ੍ਰਿੜਤਾ ਹੁੰਦੀ ਆ ਭਗਤਾਂ ਦੇ ਵਿੱਚ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਗੁਰਮੁਖ ਜਨ ਜਿਹੜੇ ਆ, ਸਰੀਰ ਵੀ ਭਾਵੇਂ ਬਿਮਾਰ ਹੋਵੇ, ਉਹਨਾਂ ਦੀ ਬੇਨਤੀ ਇਹੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਪਰਮਾਤਮਾ ਨੂੰ ਭੁੱਲੀਏ ਨਾ। ਇੱਦਾਂ ਦੀ ਦ੍ਰਿੜਤਾ ਅਸੀਂ ਆਪਣੇ ਅੰਦਰ ਪੈਦਾ ਕਰਨੀ ਹੁੰਦੀ ਹੈ। ਜਿਵੇਂ ਮਹਾਰਾਜ ਨੇ ਕਿਹਾ ਕਿ ਹੇ ਪ੍ਰਾਣਨਾਥ ਗੋਬਿੰਦੇ, ਕਿਰਪਾ ਨਿਦਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਨੈ ਕਰਨਾ ਮੈਂ ਸਭ ਦੁੱਖ ਹਰੋ, ਕਿ ਉਸ ਪ੍ਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕੀਤੀ ਕਿ ਮੇਰੇ ਜਿਹੜੇ ਦੁੱਖ ਆ ਤੁਸੀਂ ਦੂਰ ਕਰ ਦਿਓ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਹੇ ਸ਼ਰਨ ਜੋਗ ਦਿਆਲੇ ਦੀਨਾਨਾਥ ਮਿਆ ਕਰੋ, ਮੇਰੇ 'ਤੇ ਮਿਹਰ ਕਰੋ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਾ ਮੁਦਰ ਮਾਧਵੇ, ਕਿ ਭਾਵੇਂ ਸਰੀਰ ਸਵਸਥ ਹੋਵੇ, ਸਰੀਰ ਜਿਹੜਾ ਹੈਲਥੀ ਹੋਵੇ ਜਾਂ ਬਿਮਾਰ ਹੋਵੇ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵੇ, ਕਿ ਮੈਂ ਤੁਹਾਡਾ ਸਿਮਰਨ ਕਰੀ ਜਾਵਾਂ। ਹੁਣ ਅਸੀਂ ਜਿੰਨੇ ਜੀਵ ਸੰਸਾਰ ਵਿੱਚ ਅਭਿਆਸ ਵੀ ਕਰਦੇ ਹਾਂ, ਅਸੀਂ ਕਈ ਵਾਰੀ ਉਹ ਸਿਮਰਨ ਛੱਡ ਦਿੰਦੇ ਹਾਂ। ਭਗਤ ਜਨ, ਗੁਰਮੁਖ ਜਨ ਜਿਹੜੇ ਅਮਰ ਪਦਵੀ ਨੂੰ ਹਾਸਲ ਕਰਦੇ ਆ, ਅਰਥਾਤ ਕਿ ਜੀਵਨ ਮੁਕਤ ਹੁੰਦੇ ਆ, ਉਹ ਕਦੇ ਨਹੀਂ ਰੋਕਦੇ ਆਪਣਾ ਅਭਿਆਸ। ਪਰਮਾਤਮਾ ਨੂੰ ਹਰ ਸਵਾਸ ਨਾਲ ਯਾਦ ਕਰਦੇ ਆ। ਅਤੇ ਅਸੀਂ ਆਪਣੇ ਆਪ ਨੂੰ ਦੇਖਣਾ, ਸਾਡਾ ਮਾੜਾ ਜਿਹਾ ਗਲਾ ਖਰਾਬ ਹੋ ਜਾਏ ਤਾਂ ਵੀ ਅਸੀਂ ਰੁਕ ਜਾਂਦੇ ਹਾਂ ਅਭਿਆਸ ਕਰਨ। ਇੱਥੇ ਭਗਤ ਨਾਮਦੇਵ ਜੀ ਨੇ ਕਿਹਾ ਕਿ ਅਸੀਂ ਤਾਂ ਹਰੀ ਦੇ ਗੁਣ ਗਾਈ ਜਾਣੇ ਆ, ਭਾਵੇਂ ਸਾਡੇ ਸਰੀਰ ਨਾਲ ਜੋ ਮਰਜ਼ੀ ਹੋ ਜਾਏ। ਉੱਥੇ ਰਾਜੇ ਨੇ ਉਕਸਾਇਆ ਹਾਥੀ ਨੂੰ ਕਿ ਭਗਤ ਨਾਮਦੇਵ ਜੀ 'ਤੇ ਵਾਰ ਕਰ। ਭਗਤ ਨਾਮਦੇਵ ਜੀ ਨੂੰ ਪ੍ਰਮਾਤਮਾ ਨੇ ਉੱਥੇ ਬਚਾਇਆ। ਫਿਰ ਪਿਛਲੇ ਹਫ਼ਤੇ ਵਿਚਾਰ ਕਰ ਰਹੇ ਸੀ ਕਿ ਗਰੜ 'ਤੇ ਚੜ੍ਹ ਕੇ ਪ੍ਰਮਾਤਮਾ ਨੇ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਕੋਲ ਆਏ, ਅਤੇ ਉਹ ਸਾਰਾ ਸ਼ਬਦ ਗੁਰਬਾਣੀ ਵਿੱਚ ਲਿਖਿਆ ਹੋਇਆ, ਅਤੇ ਉਹਨਾਂ ਨੇ ਗਊ ਆਪ ਜੀਂਦੀ ਕੀਤੀ। ਪਰਮਾਤਮਾ ਨੇ ਆਪਣੇ ਭਗਤੀ ਪੈਜ ਰੱਖੀ। ਇੱਦਾਂ ਅਸੀਂ ਵੀ ਇਸ ਮਾਰਗ 'ਤੇ ਕੋਸ਼ਿਸ਼ ਕਰਨੀ ਹੈ ਕਿ ਚੱਲੀਏ, ਕਿ ਸਾਡੇ ਅੰਦਰ ਦ੍ਰਿੜਤਾ ਹੋਵੇ, ਪਰਸੀਵੀਅਰੈਂਸ ਹੋਵੇ, ਡਿਟਰਮਿੰਡ ਹੋਈਏ ਅਸੀਂ ਅੰਦਰੋਂ ਕਿ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੈ। ਹੁਣ ਜਦੋਂ ਇਸ ਮਾਰਗ 'ਤੇ ਚੱਲਦੇ ਹਾਂ ਅਤੇ ਕਈ ਵਾਰੀ ਸਾਡੇ ਮਨ 'ਚ ਇਹ ਆਉਂਦਾ ਹੈ ਕਿ ਅਸੀਂ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ ਕਿ
ਇਸ ਮਾਰਗ 'ਤੇ ਚੱਲਣਾ, ਕਿਉਂਕਿ ਸਾਡੇ ਮਨ ਨੂੰ ਸੁੱਖ ਆਉਣ ਲੱਗ ਪੈਂਦਾ ਹੈ, ਸ਼ਾਂਤੀ ਆਉਣ ਲੱਗ ਪੈਂਦੀ ਹੈ, ਸਾਨੂੰ ਆਪਣੇ ਜੀਵਨ ਦਾ ਸੇਧ ਜਿਹੜੀ ਹੈ ਉਹ ਮਿਲਦੀ ਹੈ। ਸਾਡੇ ਜੀਵਨ ਦਾ ਜਿਹੜਾ ਪਰਪਸ ਆ ਉਸ ਵੱਲ ਨੂੰ ਅਸੀਂ ਵੱਧ ਰਹੇ ਹੁੰਦੇ ਹਾਂ। ਸਾਡਾ ਫਿਰ ਮਨ ਦਇਆ ਹੁੰਦੀ ਆ ਉਹਦੇ ਵਿੱਚ ਆ ਜਾਂਦੀ ਕਿ ਅਸੀਂ ਦੂਜਿਆਂ ਨੂੰ ਵੀ ਦੱਸੀਏ, ਪਰ ਉੱਥੇ ਫਿਰ ਕੇਅਰਫੁਲ ਰਹਿਣਾ ਹੁੰਦਾ ਕਿ ਅਸੀਂ ਕਿਹਨੂੰ ਸੁਣਾ ਰਹੇ ਹੁੰਦੇ ਹਾਂ ਇਹ ਉਪਦੇਸ਼, ਕਿਉਂਕਿ ਇੱਥੇ ਜਿੰਨੇ ਮਨ ਆ ਆਮ ਸਾਰੇ ਸੁੱਤੇ ਆ, ਕਾਮ ਕ੍ਰੋਧ ਲੋਭ ਹੰਕਾਰ ਦੇ ਅਧੀਨ ਆ। ਅਤੇ ਸਹਿਜੇ ਕੀਤੇ ਜਦੋਂ ਤੁਸੀਂ ਕਿਸੇ ਨੂੰ ਇਸ ਮਾਰਗ ਦੀ ਕੋਈ ਬਾਤ ਦੱਸੋਗੇ, ਜਿਹੜਾ ਸੁੱਤਾ ਪਿਆ ਮਨ ਆ ਉਹਦੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਆ ਉਹਨਾਂ ਨੇ ਉਸ ਮਨ ਨੂੰ ਸੁਣ ਨਹੀਂ ਦੇਣਾ। ਤਾਂ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਦੱਸਿਆ ਹੋਇਆ, ਕਹਿੰਦੇ ਕਿ ਇਹ ਜਿਹੜਾ ਗਿਆਨ ਹੈ ਬ੍ਰਹਮ ਦਾ, ਇਹ ਕਿਸੇ ਆਮ ਵਿਅਕਤੀ ਨੂੰ ਸੁਣਾਇਆ ਨਹੀਂ ਜਾ ਸਕਦਾ। ਕੋਈ ਵਿਰਲਾ ਹੀ ਆ ਜਿਹੜਾ ਇਸ ਨੂੰ ਸਮਝਦਾ ਆ, ਅਤੇ ਕੋਈ ਵਿਰਲਾ ਜਗਿਆਸੂ ਆ ਜਿਹੜਾ ਇਸ ਨੂੰ ਸੁਣਨਾ ਚਾਹੁੰਦਾ ਆ। ਮਹਾਰਾਜ ਨੇ ਸਾਨੂੰ ਭਗਤ ਕਬੀਰ ਜੀ ਦੱਸਦੇ ਗੁਰਬਾਣੀ ਵਿੱਚ, ਕਹਿੰਦੇ ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਿੰਦੇ ਕੀ ਫਾਇਦਾ ਹੋਊਗਾ ਇੱਕ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ। ਜੋ ਧਾਰਮਿਕ ਗ੍ਰੰਥ ਆ ਸਿਮਰਤੀਆਂ, ਕਹਾਂ ਸਾਕਤ ਪੈ ਹਰ ਗੁਣ ਗਾਏ, ਕਹਿੰਦੇ ਜਿਹੜਾ ਸਾਕਤ ਆ, ਨਾਸਤਕ ਆ, ਕਹਿੰਦੇ ਉਹਦੇ ਕੋਲ ਹਰੀ ਦੇ ਗੁਣ ਗਾਉਂਗੇ ਤਾਂ ਕੀ ਫਾਇਦਾ ਹੋਊਗਾ, ਉਹਦਾ ਕੀ ਲਾਭ ਆ। ਰਾਮ 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 ਰਮੇ ਰਮ ਰਹੀ ਹੈ, ਸਾਕਤ ਸਿਉ ਭੂਲ ਨਹੀਂ ਕਹੀ ਹੈ, ਕਹਿੰਦੇ ਕਿ ਰਾਮ ਦੇ ਨਾਲ ਤੁਸੀਂ ਆਪ ਰਮੇ ਰਹੋ, ਉਹਦਾ ਨਾਮ ਜਪੀ ਜਾਓ। ਜਿਹੜਾ ਸਾਕਤ ਆ ਉਹਨੂੰ ਭੁੱਲ ਕੇ ਵੀ ਨਾ ਗੱਲ ਸੁਣਾਓ ਬ੍ਰਹਮ ਦੀ, ਰਹਾਓ। ਕਹਿੰਦੇ ਕਿ ਕਊਆ ਕਹਾਂ ਕਪੂਰ ਚੜਾਏ, ਜਿਹੜਾ ਕਾਂ ਆ ਉਹ ਕਾਲੇ ਰੰਗ ਦਾ ਆ, ਉੱਤੇ ਕਪੂਰ ਦਾ ਲੇਪ ਲਾਈ ਜਾਊਂਗੇ, ਉਹਨੇ ਅੰਦਰੋਂ ਫਿਰ ਵੀ ਕਾਲਾ ਹੀ ਰਹਿਣਾ ਹੈ। ਕਹਿ ਬਿਸੀਅਰ ਕੋ ਦੁੱਧ ਪਿਆਏ, ਕਹਿੰਦੇ ਜੇ ਤੁਸੀਂ ਸੱਪ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਅੰਦਰੋਂ ਜ਼ਹਿਰ ਤਾਂ ਨਹੀਂ ਚਲੀ ਜਾਣੀ, ਉਹ ਫਿਰ ਵੀ ਉਹਦੇ ਅੰਦਰ ਜ਼ਹਿਰ ਰਹਿਣੀ ਹੈ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਜੇ ਤੁਸੀਂ ਸੱਚੀ ਕਿਸੇ ਨੂੰ ਚਾਹੁੰਦੇ ਆ ਕਿ ਉਹ ਬਦਲੇ, ਕਹਿੰਦੇ ਉਹਨੂੰ ਸੰਗਤ ਵਿੱਚ ਲਿਆਓ, ਸਤ ਸੰਗਤ ਵਿੱਚ। ਜਿੱਥੇ ਨਾਮ ਦੀ ਵਿਆਖਿਆ ਹੁੰਦੀ ਉਹਨੂੰ ਕਹਿੰਦੇ ਸਤ ਸੰਗਤ, ਜਿਹਨੂੰ ਮਾਰੇ ਕਹਿੰਦੇ ਆ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਮ ਜੋ ਹੁਕਮ ਆ ਇਲਾਹੀ ਪ੍ਰਮਾਤਮਾ ਦਾ, ਉਹਦੀ ਵਿਆਖਿਆ ਹੁੰਦੀ ਹੈ ਸਤ ਸੰਗਤ ਵਿੱਚ। ਜਿਹੜਾ ਸੰਗਤ ਵਿੱਚ ਆ ਜਾਂਦਾ ਉਹ ਭਾਵੇਂ ਕਾਂ ਦਾ ਨਿਆਈ ਹੋਵੇ ਮਨ, ਉਹ ਹੰਸ ਬਣ ਕੇ ਨਿਕਲਦਾ ਆ ਜਦੋਂ ਆਪਣੀ ਮਰਜ਼ੀ ਨਾਲ ਸੰਗਤ ਵਿੱਚ ਆਉਂਦਾ ਆ। ਕਿਸੇ ਨੂੰ ਜੇ ਅਸੀਂ ਬਦਲਣਾ ਚਾਹੁੰਦੇ ਹਾਂ, ਉਹਨਾਂ ਨੂੰ ਅਸੀਂ ਪਰਸੂਏਡ ਕਰ ਸਕਦੇ ਹਾਂ ਕਿ ਸੰਗਤ ਵਿੱਚ ਜਾਓ। ਜਦੋਂ ਉਹਦਾ ਮਨ ਮੰਨ ਗਿਆ ਅਤੇ ਉਹ ਆਇਆ, ਅਤੇ ਉਹਦੇ ਮਨ 'ਤੇ ਅਸਰ ਹੁੰਦਾ ਆ, ਉਹ ਬਦਲਦਾ ਹੈ ਮਨ। ਜੇ ਅਸੀਂ ਅਗਲੇ ਨੂੰ ਬੰਨ੍ਹ ਕੇ ਮਜਬੂਰ ਕਰਕੇ ਲਿਆਉਂਦੇ ਹਾਂ, ਉਹ ਗੱਲ ਨਹੀਂ ਹੁੰਦੀ। ਜਿਹਨੂੰ ਮਾਰੇ ਕਹਿੰਦੇ ਆ ਬੱਧਾ ਝੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਕਿ ਕਿਸੇ ਨੂੰ ਤੁਸੀਂ ਜ਼ਬਰਦਸਤੀ ਇਸ ਮਾਰਗ 'ਤੇ ਲਿਆਉਣ ਦੀ ਕੋਸ਼ਿਸ਼ ਕਰੋਗੇ, ਕਹਿੰਦੇ ਉਹ 'ਚ ਕੋਈ ਗੁਣ ਨਹੀਂ ਹੈਗਾ, ਉਪਕਾਰ ਨਹੀਂ ਹੋਣਾ। ਮਹਾਰਾਜ ਦੱਸਦੇ ਨੇ ਕਿ ਸਤ ਸੰਗਤ ਵਿੱਚ ਵਿਵੇਕ ਜਿਹੜੀ ਆ ਬੁੱਧ ਹੋ ਜਾਂਦੀ ਆ, ਉੱਥੇ ਪਾਰਸ ਕਲਾ ਵਰਤਦੀ ਆ। ਪਾਰਸ ਪਰਸ ਲੋਹਾ ਕੰਚਨ ਸੋਈ। ਫਿਰ ਜਿਵੇਂ ਤੁਸੀਂ ਗੁਰਬਾਣੀ 'ਚ ਪੜ੍ਹੋਗੇ, ਮਹਾਰਾਜ ਨੇ ਉਪਦੇਸ਼ ਦਿੱਤਾ ਹੁੰਦਾ, ਫਿਰ ਨਾਲ ਸਾਨੂੰ ਵਾਰ-ਵਾਰ ਰਿਮਾਈਂਡ ਕੀਤਾ ਹੁੰਦਾ ਅਸਲੀਅਤ ਕੀ ਆ, ਕਿ ਇਹ ਸਾਰੇ ਇੱਕ ਖੇਡ ਆ, ਪ੍ਰਮਾਤਮਾ ਹੀ ਸਾਰਾ ਕੁਝ ਕਰ ਰਿਹਾ। ਕਹਿੰਦੇ ਸਾਕਤ ਸਵਾਨ ਸਭ ਕਰੇ ਕਰਾਇਆ, ਜਿਹੜਾ ਸਾਕਤ ਆ ਨਾਸਤਕ ਆ, ਅਤੇ ਜਿਹੜਾ ਕੂਕਰ ਆ ਸਵਾਨ, ਸਭ ਕਰੇ ਕਰਾਇਆ। ਜੋ ਉਹਨਾਂ ਤੋਂ ਪ੍ਰਮਾਤਮਾ ਕਰਾਉਣਾ ਚਾਹੁੰਦਾ ਉਹ ਕਰਦੇ ਆ। ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਜਿਹੋ ਜਿਹਾ ਉਹਨਾਂ ਦੇ ਧੁਰੋਂ ਲਿਖੇ ਆਏ ਕਰਮ ਆ, ਉਹੋ ਜਿਹਾ ਰੂਟੀਨ 'ਤੇ ਉਹ ਚੱਲੇ ਹੋਏ ਆ, ਉਹੀ ਜਿਹਾ ਰਾਹ 'ਤੇ ਤੁਰੇ ਹੋਏ ਆ। ਫਿਰ ਕਹਿੰਦੇ ਜਿਹੜੀ ਨਿੰਮ ਹੁੰਦੀ ਆ ਉਹਨੂੰ ਤੁਸੀਂ ਅੰਮ੍ਰਿਤ ਪਾ ਲਓ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਏ, ਕਿ ਅੰਮ੍ਰਿਤ ਰਸ ਤੁਸੀਂ ਭਾਵੇਂ ਨਿੰਮ ਦੇ ਦਰਖਤ ਨੂੰ ਪਾ ਦਿਓ। ਨਿੰਮ ਜਿਹੜਾ ਹੈ ਉਹ 'ਚ ਕੜੱਤਨ ਹੁੰਦੀ ਆ,
ਕਹਿੰਦੇ ਉਸ ਦੇ ਸੁਭਾਅ ਦੇ ਵਿੱਚ ਬਦਲਾਵ ਨਹੀਂ ਹੋਣਾ। ਇਹ ਗੱਲ ਕੀਤੀ ਹੋਈ ਆ ਕਿ ਜਦੋਂ ਅਸੀਂ ਕਿਸੇ ਨੂੰ ਬ੍ਰਹਮ ਦੇ ਵਿਚਾਰ ਸੁਣਾਉਂਦੇ ਹਾਂ ਤਾਂ ਉਹ ਸਹਿਜੇ ਕੀਤੇ ਜਿਹੜਾ ਸੁੱਤਾ ਪਿਆ ਮਨ ਆ ਉਹਨੇ ਬਦਲਣਾ ਨਹੀਂ। ਮਹਾਰਾਜ ਨੇ ਸਾਨੂੰ ਤਾਂ ਇੱਥੇ ਤਾਂ ਕਹਿ ਦਿੱਤਾ ਕਿ ਬਿਖ ਵਿੱਚ ਜੇ ਅਸੀਂ ਅੰਮ੍ਰਿਤ ਪਾਉਂਦੇ ਹਾਂ, ਬਿਖ ਮੇਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ, ਕਿ ਅਸੀਂ ਜੇਕਰ ਸਮਝਦੇ ਹਾਂ ਕਿ ਜ਼ਹਿਰ ਦੇ ਵਿੱਚ ਅਸੀਂ ਅੰਮ੍ਰਿਤ ਪਾ ਲਾਂਗੇ, ਕਹਿੰਦੇ ਉੱਥੇ ਫਿਰ ਵੀ ਜ਼ਹਿਰ ਦਾ ਬੂਟਾ ਉੱਗਣਾ ਹੈ। ਤਾਂ ਹੀ ਜਿਹੜੇ ਬ੍ਰਹਮ ਦੇ ਵਿਚਾਰ ਆ ਕਿ ਐਸੇ ਜੀਵ ਆ ਕਿ ਉਹ ਮਨਮੁਖ ਹੁੰਦੇ ਆ, ਉਹਨਾਂ ਦਾ ਮਨ ਜਿਹੜਾ ਪੱਥਰ ਦੀ ਨਿਆਈ ਆ, ਉਹਨਾਂ ਦਾ ਮਨ ਜਿਹੜਾ ਆ ਉਹ ਸਹਿਜੇ ਕੀਤੇ ਇਸ ਤਰੀਕੇ ਨਾਲ ਬ੍ਰਹਮ ਦੀ ਵਿਚਾਰ ਸੁਣ ਕੇ ਉਹ ਭਿੱਜਦਾ ਨਹੀਂ, ਕਿਉਂਕਿ ਉਹ ਪੱਥਰ ਨਿਆਈ ਹੋ ਚੁੱਕਾ ਹੈ, ਕਠੋਰ ਹੁੰਦਾ ਉਹਨਾਂ ਦਾ ਮਨ। ਮਹਾਰਾਜ ਨੇ ਦੱਸਿਆ, ਜਿਵੇਂ ਕਿ ਹੁਣੇ ਨਿੰਮ ਦੀ ਗੱਲ ਕੀਤੀ, ਮਹਾਰਾਜ ਹੋਰ ਸ਼ਬਦ ਵਿੱਚ ਦੱਸਦੇ ਆ, ਨਿੰਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ। ਕਹਿੰਦੇ ਨਿੰਮ ਦਾ ਜਿਹੜਾ ਦਰਖਤ ਆ, ਨਿੰਮ ਦੇ ਬਿਰਖ ਦੇ ਵਿੱਚ ਅੰਮ੍ਰਿਤ ਰਸ ਪਾਇਆ ਜਾਏ, ਕਹਿੰਦੇ ਕਿ ਉਹ 'ਚ ਕੋਈ ਫਾਇਦਾ ਨਹੀਂ। ਬਿਸੀਅਰ ਮੰਤਰ ਵਿਸਾਈਐ ਬਹੁਤ ਦੁੱਧ ਪਿਆਇਆ, ਕਿ ਜਿਹੜਾ ਬਿਸੀਅਰ ਆ, ਸੱਪ ਆ, ਉਹਨੂੰ ਦੁੱਧ ਪਿਲਾਓਗੇ ਉਹ 'ਚ ਕੋਈ ਫਾਇਦਾ ਨਹੀਂ ਨਿਕਲਣਾ ਤੁਹਾਨੂੰ। ਮਨਮੁਖ ਅਭਿੰਨ ਨਾ ਭੇਜੀ ਪੱਥਰ ਨਾ ਵਾਇਆ, ਕਿ ਜਿਹੜਾ ਮਨਮੁਖ ਆ ਉਹ ਭੇਜਦਾ ਨਹੀਂ ਬ੍ਰਹਮ ਦੀ ਵਿਚਾਰ ਸੁਣ ਕੇ, ਕਿਉਂਕਿ ਜਿਵੇਂ ਪੱਥਰ ਨੂੰ ਤੁਸੀਂ ਨਵਾ ਲਓ ਪਾਣੀ ਦੇ ਵਿੱਚ, ਮਨਮੁਖ ਦਾ ਮਨ ਜਿਹੜਾ ਆ ਕਠੋਰ ਹੋਇਆ ਹੁੰਦਾ। ਫਿਰ ਕਹਿੰਦੇ ਬਿਖ ਮੈਂ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ, ਕਿ ਬਿਖ ਦੇ ਵਿੱਚ ਤੁਸੀਂ ਅੰਮ੍ਰਿਤ ਪਾਓਗੇ ਤਾਂ ਉੱਥੇ ਬਿਖ ਦਾ ਹੀ ਫਲ ਨਿਕਲਣਾ ਹੈ। ਤਾਂ ਹੀ ਜਿਹੜੇ ਜੀਵ ਆ ਮਨਮੁਖ ਜਨ, ਉਹਨਾਂ ਕਈਆਂ ਨੂੰ ਐਸਾ ਹੀ ਹੁੰਦਾ ਹੈ ਕਿ ਉਹ ਗਿਆਨ ਇਕੱਤਰ ਕਰ ਲੈਂਦੇ ਆ ਜ਼ਰੂਰ, ਉਸੇ ਗਿਆਨ ਦਾ ਫਾਇਦਾ ਫਿਰ ਉਲਟ ਕਰਦੇ ਆ। ਉਸ ਗਿਆਨ ਦਾ ਫਾਇਦਾ ਇਸ ਤਰੀਕੇ ਨਾਲ ਕਰਦੇ ਆ ਕਿ ਆਪਣੇ ਨੇ ਤਾਂ ਹਉਮੈ ਨੂੰ ਵਧਾਉਣ ਲਈ ਜਾਂ ਸੋਭਾ ਵਧਾਉਣ ਲਈ ਉਹ ਉਸ ਦਾ ਇਸਤੇਮਾਲ ਕਰਦੇ ਆ। ਨਾਨਕ ਸੰਗਤ ਮੇਲ ਹਰ ਸਭ ਬਿਖ ਲੈ ਜਾਇਆ, ਕਿ ਜਦੋਂ ਅਸੀਂ ਸੰਗਤ ਦੇ ਵਿੱਚ ਜਾ ਕੇ ਹਰੀ ਦੀ ਗੱਲ ਸੁਣਦੇ ਹਾਂ, ਉੱਥੇ ਜਾ ਕੇ ਬਿਖ ਜਿਹੜੀ ਹੈ, ਜ਼ਹਿਰ ਜਿਹੜੀ ਆ ਉਹ ਲੱਥ ਜਾਂਦੀ ਹੈ, ਕਿਉਂਕਿ ਸੰਗਤ ਵਿੱਚ ਉਹੀ ਪਾਰਸ ਕਲਾ ਆ। ਸੰਗਤ ਵਿੱਚ ਜਿਹੜਾ ਮਨ ਆ ਉਹ ਆਪਣੀ ਮਰਜ਼ੀ ਨਾਲ ਆਉਣਾ ਚਾਹੀਦਾ ਹੈ। ਫਿਰ ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਸਮਝਾ ਦਿੱਤਾ ਕਿ ਆਮ ਜਿਹੜੇ ਜੀਵ ਆ ਉਹਨਾਂ ਨੂੰ ਆਕਾਸ਼ ਦਾ ਭੇਦ ਦਊਂਗੇ, ਅਤੇ ਜਿਹੜਾ ਸੁੱਤਾ ਪਿਆ ਉਹਦੀ ਰਿਐਕਸ਼ਨ ਅੱਡ ਹੁੰਦੀ ਆ। ਜੇ ਨਾਮ ਦੀ ਗੱਲ ਕਰੋਗੇ ਉਹਨਾਂ ਦੀ ਰਿਐਕਸ਼ਨ ਸੁੱਤੇ ਪੈ ਦੀ ਹੁੰਦੀ ਅੱਡ। ਜੇਕਰ ਤੁਸੀਂ ਕਿਸੇ ਜਗਿਆਸੂ ਨੂੰ ਸੁਣਾਓਗੇ ਜਿਹੜਾ ਇਸ ਮਾਰਗ 'ਤੇ ਚੱਲਣਾ ਚਾਹੁੰਦਾ ਆ ਜਾਂ ਥੋੜ੍ਹਾ ਬਾਲਾ ਸਫ਼ਰ ਉਹਨੇ ਤੈਅ ਕੀਤਾ ਹੋਇਆ, ਉਹਦੀ ਰਿਐਕਸ਼ਨ ਅੱਡ ਆ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਕਹਿੰਦੇ ਕਿ ਜਿਹੜਾ ਨਿੰਦਕ ਹੁੰਦਾ ਆ, ਜਿਹਨੂੰ ਨਿੰਦਿਆ ਦੇ ਨਾਲ ਪਿਆਰ ਹੁੰਦਾ ਆ, ਕਹਿੰਦੇ ਨਾਮ ਮੋਲਾ ਪ੍ਰੀਤ ਨਾ ਇਸ ਸਿਉ ਪਰ ਨਿੰਦਾ ਹਿਤਕਾਰੈ, ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ। ਕਹਿੰਦੇ ਕਿ ਜਿਹੜਾ ਨਾਮ ਆ, ਨਿੰਦਕ ਨੂੰ ਉਹਦੇ ਨਾਲ ਪਿਆਰ ਨਹੀਂ ਹੁੰਦਾ, ਉਹਨੂੰ ਸਿਰਫ ਨਿੰਦਿਆ ਕਰਨ ਦੇ ਨਾਲ ਪਿਆਰ ਹੁੰਦਾ ਆ। ਕਹਿੰਦੇ ਕਿ ਉਹ ਸਿਰਫ ਆਪਣਾ ਇਹ ਸਰੀਰ ਜਿਹੜਾ ਸਵਾਰਦਾ ਰਹਿੰਦਾ ਹੈ, ਇਹ ਛੱਪੜੀ ਜਿਹੜੀ ਹੈ ਸਾਨੂੰ ਇਹ ਦਿੱਤੀ, ਸਾਡੇ ਸਰੀਰ ਨੂੰ ਕਹਿ ਦਿੱਤਾ, ਅਤੇ ਇਹ ਜਿਹੜਾ ਮੁੱਖ ਆ, ਇਸ ਘਰ ਦਾ ਦਰਵਾਜ਼ਾ ਆ ਜਿੱਥੇ ਪੌਣ ਪ੍ਰਵੇਸ਼ ਹੁੰਦੀ ਹੈ। ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ, ਉਸ ਦੇ ਮੁੱਖ ਦੇ ਉੱਤੇ ਅਗਨ ਰੱਖੀ ਹੁੰਦੀ ਆ। ਅਗਨ ਐਸੀ ਜਿਹੜੀ ਦੂਜਿਆਂ ਵੱਲ ਨੂੰ ਸਿੱਟਦਾ ਹੈ ਸ਼ਬਦ ਦੇ ਰੂਪ ਦੇ ਵਿੱਚ, ਜਦੋਂ ਵੱਧ ਘੱਟ ਕਿਸੇ ਨੂੰ ਬੋਲਦਾ। ਫਿਰ ਮਹਾਰਾਜ ਕਹਿੰਦੇ ਆ, ਜੇ ਉਹਨਾਂ ਨੂੰ ਤੁਸੀਂ ਨਾਮ ਸੁਣਾਓਗੇ, ਕਹਿੰਦੇ ਉਹ ਭਾਗਾਂ ਤੋਂ ਹੀਣੇ ਆ, ਉਹ ਦੁਰਮਤ ਨਾਲ ਜੁੜੇ ਹੁੰਦੇ ਆ, ਗੁਰਮਤ ਨਾਲ ਤਾਂ ਜੁੜੇ ਨਹੀਂ ਹੁੰਦੇ, ਗੁਰੂ ਦੀ ਮੱਤ ਨਾਲ ਨਹੀਂ ਜੁੜੇ। ਦੁਰਮਤ ਅਰਥਾਤ ਕਿ ਪੁੱਠੀ ਮੱਤ, ਆਪਣੇ ਮਨ ਦੀ ਮਰਜ਼ੀ ਦੁਆਰਾ ਚੱਲਦੇ ਆ ਇਸ ਸੰਸਾਰ ਵਿੱਚ, ਅਰਥਾਤ ਕਿ ਕਾਮ ਕ੍ਰੋਧ ਹੰਕਾਰ ਦੇ ਅਧੀਨ ਹੋ ਕੇ ਚੱਲਦੇ ਆ ਸੰਸਾਰ ਵਿੱਚ। ਮਹਾਰਾਜ ਕਹਿੰਦੇ ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਨਤ ਆਵੈ ਮਨ ਰੋਹੈ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ। ਕਹਿੰਦੇ ਉਹਨਾਂ ਦਾ ਮਨ ਜਿਹੜਾ ਕਾਂ ਦੀ ਨਿਆਈ ਆ, ਜਦੋਂ ਉਹਨਾਂ ਨੂੰ ਨਾਮ ਸੁਣਦਾ ਆ ਉਹਨਾਂ ਦੇ ਮਨ ਨੂੰ ਗੁੱਸਾ ਚੜ੍ਹਦਾ ਆ, ਰੋਹ ਚੜ੍ਹਦਾ ਆ, ਅਤੇ ਉਹਨਾਂ ਦੇ ਸਾਹਮਣੇ ਤੁਸੀਂ ਅੰਮ੍ਰਿਤ ਰਸ ਪਾਓਗੇ
ਨਾਮ ਦੀ ਗੱਲ ਉਹਨਾਂ ਨੂੰ ਸੁਣਾਓਗੇ ਜਾਂ ਨਾਮ ਉਹਨਾਂ ਨੂੰ ਸਿਰਫ ਉਚਾਰਨ ਕਰਕੇ ਸੁਣਾਓਗੇ, ਅਤੇ ਉਹਨਾਂ ਨੂੰ ਉਸ ਅੰਮ੍ਰਿਤ ਦੀ ਸਾਰ ਨਹੀਂ ਹੈ, ਉਸ ਦੀ ਕੋਈ ਰਿਸਪੈਕਟ ਨਹੀਂ ਉਹਨਾਂ ਦੇ ਮਨ ਵਿੱਚ। ਉਹ ਤਾਂ ਤ੍ਰਿਪਤ ਹੁੰਦੇ ਆ ਗੰਦਗੀ ਦੇ ਵਿੱਚ ਚੁੰਝ ਮਾਰ ਕੇ। ਇਹ ਕਾਂ ਦੀ ਨਿਸ਼ਾਨੀ ਹੈ। ਤੁਸੀਂ ਫਿਰ ਬੁੱਝ ਸਕੋਗੇ ਜਦੋਂ ਸੰਸਾਰ ਵਿੱਚ ਵਿਚਰਦੇ ਹਾਂ ਕਿ ਜਦੋਂ ਸਿਮਰਨ ਹੁੰਦਾ ਹੈ ਕਿ ਕਿਹਦੇ ਮਨ ਨੂੰ ਗੁੱਸਾ ਚੜ੍ਹੀ ਜਾਂਦਾ ਸਿਮਰਨ ਕਰਨ ਦੇ ਨਾਲ, ਕਿ ਸਿਮਰਨ ਨੇ ਕੀਤਾ ਅਤੇ ਉਹ ਗੁੱਸਾ ਚੜ੍ਹ ਗਿਆ ਕਿ ਕਿਉਂ ਸਿਮਰਨ ਨੇ ਕਰ ਰਿਹਾ ਆ। ਜਾਂ ਹਰੀ ਦੀ ਗੱਲ ਸੁਣਾਉਂਦੇ ਹਾਂ ਅਤੇ ਅਗਲਾ ਗੁੱਸੇ ਹੋ ਜਾਂਦਾ ਹੈ ਕਿ ਇਹ ਮੈਨੂੰ ਕੀ ਸੁਣਾਈ ਜਾਂਦੇ ਤੁਸੀਂ, ਅਤੇ ਤੁਸੀਂ ਸਮਝ ਸਕਦੇ ਹੋ ਉਸ ਵੇਲੇ ਉਹਦਾ ਮਨ ਜਿਹੜਾ ਕਾਂ ਦੀ ਨਿਆਈ ਹੈ। ਆਮ ਕਰਕੇ ਕਿਸੇ ਜੀਵ ਨੂੰ ਇਸ ਸੰਸਾਰ ਵਿੱਚ ਤੁਸੀਂ ਭਲੇ ਦੀ ਗੱਲ ਸੁਣਾਓਗੇ, ਜਿਹੜੇ ਸੁੱਤੇ ਪਏ ਮਨ ਆ ਉਹਨਾਂ ਦੀ ਹਾਲਤ ਐਸੀ ਹੈ, ਕਹਿੰਦੇ ਜੋ ਭਲਾਈ ਸੋ ਬੁਰਾ ਜਾਣੇ। ਭਲੇ ਵਾਲੀ ਗੱਲ ਉਹਨੂੰ ਮਾੜਾ ਸਮਝਦੇ ਆ ਸੁੱਤੇ ਪਏ ਜਿਹੜੇ ਮਨ ਆ, ਮਨਮੁਖ ਲੋਕ। ਜੇ ਉਹਨਾਂ ਨੂੰ ਸੱਚ ਸੁਣਾਓਗੇ ਉਹਨਾਂ ਨੂੰ ਇੱਦਾਂ ਲੱਗਦਾ ਜਿਵੇਂ ਕਿ ਜ਼ਹਿਰ ਆ। ਸਾਚ ਕਹਿ ਸੋ ਬਿਖੈ ਸਮਾਨ ਹੈ। ਇਹਨਾਂ ਦੀ ਹਾਲਤ ਮਨਮੁਖਾਂ ਦੀ ਐਸੀ ਹੁੰਦੀ ਆ ਕਿ ਉਹਨਾਂ ਨੂੰ ਜਿੱਤ ਅਤੇ ਹਾਰ ਦੇ ਵਿੱਚ ਕੋਈ ਫਰਕ ਨਹੀਂ ਦਿਸਦਾ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸਿਓਂ ਅਸੀਂ ਇਸ ਜੀਵਨ ਵਿੱਚ ਜਿੱਤ ਸਕਦੇ ਹਾਂ ਅਤੇ ਕਿਵੇਂ ਅਸੀਂ ਹਾਰ ਰਹੇ ਹਾਂ। ਉਹਨਾਂ ਨੂੰ ਕੋਈ ਹੈ ਨਹੀਂ ਇਸ ਗਿਆਨ। ਜਾਣੈ ਨਾਹੀਂ ਜੀਤ ਅਰ ਹਾਰ, ਇਹੋ ਵਲੇਵਾ ਸਾਖਤ ਸੰਸਾਰ। ਕਿ ਸਾਖਤ ਲੋਕ ਜਿਹੜੇ ਆ ਉਹਨਾਂ ਦਾ ਜੀਵਨ ਇਹੋ ਜਿਹਾ ਆ, ਉਹਨਾਂ ਨੂੰ ਜਿੱਤ ਹਾਰ ਦਾ ਪਤਾ ਨਹੀਂ ਲੱਗਦਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕੀ ਸਾਡੇ ਲਈ ਚੰਗਾ ਹੈ ਕੀ ਮਾੜਾ ਹੈ। ਤੁਸੀਂ ਉਹਨਾਂ ਨੂੰ ਸਹੀ ਸੇਧ ਵੀ ਦਿਓਗੇ ਤਾਂ ਉਹਨਾਂ ਨੇ ਉਲਟੀ ਲੈਣੀ ਹੈ ਕਿ ਮੈਨੂੰ ਮਾੜਾ ਕਹਿ ਰਿਹਾ। ਤਾਂ ਫਿਰ ਉਹਨਾਂ ਨੂੰ ਕਮਲੇ ਕਹਿ ਦਿੱਤਾ, ਬੋਰੇ ਕਹਿ ਦਿੱਤਾ। ਨਾਮ ਨਾਲ ਜਿਹੜਾ ਜੀਵ ਨਹੀਂ ਜੁੜਿਆ, ਕਹਿੰਦੇ ਬਿਨ ਨਾਮੈ ਜਗ ਕਮਲਾ ਫਿਰੈ, ਉਹ ਕਮਲਾ ਆ। ਬਿਨ ਨਾਮੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖ ਜਿਹੜਾ ਆ ਉਹ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਆਉਂਦਾ ਆ। ਇੱਥੇ ਫਿਰ ਕਹਿੰਦੇ ਆ ਮਹਾਰਾਜ ਜੋ ਹਲਾਹਲ ਸੋ ਪੀਵੈ ਬੌਰਾ, ਕਿ ਜਿਹੜਾ ਕਮਲਾ ਆ ਬੌਰਾ ਆ ਉਹ ਜ਼ਹਿਰ ਪੀਂਦਾ ਆ। ਅੰਮ੍ਰਿਤ ਨਾਮ ਜਾਣੈ ਕਰ ਕੌਰਾ, ਜਿਹੜਾ ਅੰਮ੍ਰਿਤ ਨਾਮ ਆ ਉਹਨੂੰ ਸਾਖਤ ਜੀਵ ਕੌੜਾ ਸਮਝਦਾ ਆ। ਉਹ ਸਾਧ ਸੰਗਤ ਦੇ ਨੇੜੇ ਨਹੀਂ ਕਦੇ ਆਊਗਾ। ਸਾਧ ਸੰਗ ਕੈ ਨਾਹੀ ਨੇਰ, ਲੱਖ 84 ਭਰਮਤਾ ਫਿਰ। ਉਹ ਸਾਧ ਸੰਗਤ ਵਿੱਚ ਉਹਨੇ ਆਉਣਾ ਨਹੀਂ ਜੀਵ ਨੇ। ਜਿਹੜਾ ਸਾਖਤ ਆ ਉਹ ਲੱਖ 84 ਦੇ ਗੇੜ ਦੇ ਵਿੱਚ ਫਿਰ ਪੈ ਜਾਂਦਾ ਹੈ। ਇਹ ਮਨੁੱਖਾ ਜਾਮਾ ਜਿਹੜਾ ਹੈ ਸਰਮੌਰ ਆ ਸਾਰੇ 84 ਲੱਖ ਜੂਨਾਂ ਦਾ, ਅਤੇ ਇਸ ਪੌੜੀ ਤੋਂ ਫਿਰ ਡਿੱਗ ਜਾਂਦਾ ਅਤੇ ਮੁੜ ਕੇ ਫਿਰ 84 ਲੱਖ ਗੇੜ ਦੇ ਵਿੱਚ ਪੈ ਜਾਂਦਾ ਹੈ। ਕਿਤੇ ਰੱਬ ਜਾਣੇ ਕਿ ਕਦੋਂ ਮੁੜ ਕੇ ਮਨੁੱਖਾ ਜਾਮਾ ਮਿਲੇ। ਜੇਕਰ ਕਠੋਰ ਮਨ ਵਾਲਾ, ਕਠੋਰ ਹਿਰਦੇ ਵਾਲਾ ਆ ਜਾਏ ਕਿਸੇ ਨਾ ਕਿਸੇ ਵਜ੍ਹਾ ਕਾਰਨ ਸਤਿਗੁਰੂ ਦੀ ਸ਼ਰਨ ਵਿੱਚ, ਸਤਿਗੁਰੂ ਦੀ ਸੰਗਤ ਵਿੱਚ। ਜਿਵੇਂ ਤੁਸੀਂ ਦੇਖੋਗੇ ਕਈ ਵਾਰੀ ਪਰਿਵਾਰਾਂ ਨੇ ਕੋਈ ਪ੍ਰੋਗਰਾਮ ਰੱਖਿਆ ਹੁੰਦਾ ਗੁਰਦੁਆਰਾ ਸਾਹਿਬ, ਕਈ ਲੋਕ ਜਿਹੜੇ ਗੁਰਦੁਆਰੇ ਕਦੇ ਜਾਂਦੇ ਨਹੀਂ ਉਹ ਵੀ ਆ ਜਾਂਦੇ ਆ। ਅਤੇ ਮਹਾਰਾਜ ਕਹਿੰਦੇ ਆ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਮਨ ਕਠੋਰ ਆ, ਜਿਨ੍ਹਾਂ ਦੇ ਮਨ ਪੱਥਰ ਦੀ ਨਿਆਈ ਆ, ਉਹ ਸਤਿਗੁਰ ਪਾਸ ਬੈਠ ਨਹੀਂ ਸਕਦੇ। ਕਿਉਂ? ਉੱਥੇ ਸੱਚ ਵਰਤਦਾ, ਕੂੜਿਆਰਾ ਚਿੱਤ ਉਦਾਸ। ਸਤਿਗੁਰੂ ਦੀ ਸ਼ਰਨ ਵਿੱਚ ਸੱਚ ਦੀ ਗੱਲ ਹੁੰਦੀ ਆ, ਸੱਚ ਦਾ ਉਪਦੇਸ਼ ਹੁੰਦਾ ਆ, ਅਕਾਤਿਕ ਕਹਾਣੀ ਹੁੰਦੀ ਆ, ਗੁਰਮਤਿ ਵਿਚਾਰ ਹੁੰਦੀ ਆ, ਉੱਥੇ ਅਭਿਆਸ ਹੁੰਦਾ ਆ। ਅਤੇ ਜਿਹੜੇ ਕੂੜ ਹੁੰਦਾ ਝੂਠ, ਜਿਹੜੇ ਅੰਦਰੋਂ ਝੂਠੇ ਹੁੰਦੇ ਆ, ਝੂਠ ਨਾਲ ਜੁੜੇ ਹੁੰਦੇ ਆ, ਉਹਨਾਂ ਦਾ ਚਿੱਤ ਉਸ ਸੰਗਤ ਵਿੱਚ, ਸਤਿਗੁਰੂ ਦੀ ਸੰਗਤ ਵਿੱਚ ਜਾ ਕੇ, ਸਤ ਸੰਗਤ ਵਿੱਚ ਜਾ ਕੇ ਉਦਾਸ ਹੋ ਜਾਂਦਾ। ਉਹ ਫਿਰ ਕੀ ਕਰਦੇ ਆ, ਉਹ ਵੱਲ ਛਲ ਕਰਕੇ ਕੋਸ਼ਿਸ਼ ਕਰਦੇ ਕਿ ਇੱਥੋਂ ਅਸੀਂ ਨਿਕਲੀਏ। ਉਹ ਇਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਉਹ ਆਪਣਾ ਟਾਈਮ ਜਿਹੜਾ ਉੱਥੇ ਕਿਸ ਤਰ੍ਹਾਂ ਵੱਲ ਛਲ ਕਰਕੇ ਲੰਘਾ ਲੈਂਦੇ ਆ ਕਿ ਇੱਥੋਂ ਨਿਕਲੀਏ ਛੇਤੀ ਛੇਤੀ, ਅਤੇ ਜਾ ਕੇ ਫਿਰ ਜਿਹੜੇ ਬਾਕੀ ਦੇ ਕੁੜਿਆਰੇ ਮਨਾਂ ਦੇ ਨਾਲ ਜਾ ਕੇ ਰਲ ਜਾਂਦੇ ਆ, ਉਹਨਾਂ ਕੋਲ ਮਨਮੁੱਖਾਂ ਕੋਲੋਂ ਜਾ ਕੇ ਬਹਿ ਜਾਂਦੇ ਆ। ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕੋ ਨਿਰਜਾਸ।
ਜਿਹੜਾ ਕੂੜ ਆ ਉਹ ਸੱਚ ਦੇ ਨਾਲ ਰਲਦਾ ਨਹੀਂ। ਮਹਾਰਾਜ ਕਹਿੰਦੇ ਕੋਈ ਵੀ ਤੁਸੀਂ ਸੰਸਾਰ ਵਿੱਚ ਇਹ ਦ੍ਰਿਸ਼ਟਮਾਨ ਵਿੱਚ ਦੇਖ ਲਿਓ, ਸੱਚ ਤੇ ਝੂਠ ਦੋਨੋਂ ਇਕੱਠੇ ਨਹੀਂ ਬਹਿੰਦੇ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਤਿਗੁਰ ਦੇ ਪਾਸ ਸਿਰਫ ਸੱਚੇ ਗੁਰਸਿੱਖ ਬਹਿੰਦੇ ਆ, ਜਿਹੜੇ ਸੱਚ ਨਾਲ ਜੁੜਨਾ ਚਾਹੁੰਦੇ ਜਾਂ ਜੁੜਦੇ ਆ। ਜਿਹੜੇ ਝੂਠ ਨਾਲ ਜੁੜੇ ਹੁੰਦੇ ਆ ਉਹਨਾਂ ਨੇ ਹਮੇਸ਼ਾ ਝੂਠ ਨਾਲ ਜਾ ਕੇ, ਮਨਮੁਖਾਂ ਨਾਲ ਜਾ ਕੇ ਰਲਣਾ ਹੁੰਦਾ। ਐਸਾ ਸੰਸਾਰ ਹੈ ਮਨਮੁਖਾਂ ਦਾ। ਸੋ ਇੱਥੇ ਸਾਨੂੰ ਭੇਦ ਮਿਲ ਰਿਹਾ। ਫਿਰ ਦੂਜੇ ਪਾਸੇ ਕਿ ਇੱਥੇ ਭੇਦ ਤਾਂ ਮਿਲ ਰਿਹਾ ਸਾਨੂੰ ਕਿ ਕਿਵੇਂ ਅਸੀਂ ਕਿਸੇ ਨੂੰ ਸੁਣਾਉਂਦੇ ਹਾਂ ਅਤੇ ਕੀ ਅਗਲੇ ਦੀ ਰਿਐਕਸ਼ਨ ਹੋਣੀ ਆ। ਕਈ ਐਸੇ ਆ ਜੇ ਉਹਨਾਂ ਕੋਲ ਰਾਮ ਤੁਸੀਂ ਕਹੋਗੇ ਉੱਚੀ ਦੇਣੀ, ਮਹਾਰਾਜ ਕਹਿੰਦੇ ਆ ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਕਿ ਜੇ ਤੁਸੀਂ ਰਾਮ ਕਹੋਗੇ ਉੱਚੀ ਦੇਣੀ, ਕਿਸੇ ਨਿੰਦਕ ਦੇ ਕੋਲ ਨਾ ਉਹਨਾਂ ਨੂੰ ਬੜਾ ਚੁੱਭਦਾ ਆ, ਉਹ ਆਪਣੀ ਨਿੰਦਿਆ ਸ਼ੁਰੂ ਕਰ ਲੈਣਗੇ। ਦੂਜੇ ਪਾਸੇ ਗੁਰਮੁਖ ਜਿਹੜੇ ਜਾਣੇ ਆ, ਜਗਿਆਸੂ ਜਿਹੜੇ ਆ, ਉਹਨਾਂ ਦੀ ਰਿਐਕਸ਼ਨ ਹੋਰ ਹੁੰਦੀ ਆ। ਉਹ ਤਾਂ ਪਹਿਲਾਂ ਹੀ ਜਗਿਆਸੂ ਜਿਹੜਾ ਆ ਉਹ ਚਾਹੁੰਦਾ ਹੁੰਦਾ ਆ ਕਿ ਮੈਨੂੰ ਕੋਈ ਗੁਰਸਿੱਖ ਸੰਤ ਮਿਲੇ, ਭਗਤ ਮਿਲੇ, ਜਿਹੜਾ ਮੈਨੂੰ ਹਰੀ ਦੀ ਗੱਲ ਸੁਣਾ ਦੇ। ਜਿਹਨੂੰ ਮਾਰੇ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੇ ਪ੍ਰਾਨ ਖੋਰ। ਉਹਨਾਂ ਦੇ ਮਨ 'ਚ ਸ਼ਰਧਾ ਹੁੰਦੀ, ਪਿਆਰ ਹੁੰਦਾ ਆ। ਉਹਨਾਂ ਦੇ ਮਨ ਦੇ ਵਿੱਚ ਇੱਛਾ ਹੁੰਦੀ ਆ ਕਿ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰੀਏ। ਉਹ ਤਾਂ ਲੱਭਦੇ ਰਹਿੰਦੇ ਕਿ ਕੋਈ ਸਾਨੂੰ ਹਰੀ ਦੀ ਗੱਲ ਸੁਣਾ ਦੇ। ਉਹ ਆਪਣੇ ਪ੍ਰਾਣਾਂ ਨੂੰ ਤਿਆਗਣ ਲਈ ਤਿਆਰ ਹੁੰਦੇ ਆ। ਐਸੇ ਉਹਨਾਂ ਦੇ ਅੰਦਰ ਤੜਫ ਹੁੰਦੀ ਆ ਪ੍ਰਮਾਤਮਾ ਨੂੰ ਮਿਲਣ ਲਈ। ਮਹਾਰਾਜ ਸਮਝਾਉਂਦੇ ਨੇ ਗੁਰਬਾਣੀ 'ਚ, ਕਹਿੰਦੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕਿ ਐਸੇ ਜਗਿਆਸੂ ਜਨ ਉਹ ਚਾਹੁੰਦੇ ਹੁੰਦੇ ਆ ਕਿ ਪ੍ਰੀਤਮ ਦੀ, ਪ੍ਰਮਾਤਮਾ ਦੀ ਕੋਈ ਸਾਨੂੰ ਗੱਲ ਸੁਣਾ ਦੇਵੇ। ਜਿਹੜਾ ਗੱਲ ਸੁਣਾਉਣ ਵਾਲਾ ਆ ਪ੍ਰਮਾਤਮਾ ਦੀ, ਉਹਨੂੰ ਕਹਿੰਦੇ ਕਿ ਇਹ ਮੇਰਾ ਭਰਾ ਆ, ਇਹ ਮੇਰਾ ਮਿੱਤਰ ਆ। ਤੇ ਕਹਿੰਦੇ ਕਿ ਜੇ ਕੋਈ ਉਹਨਾਂ ਨੂੰ ਸੁਣਾ ਦੇ ਕਿ ਉਹ ਦੇਣ ਨੂੰ ਤਿਆਰ ਹੋ ਜਾਂਦੇ। ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਉਹ ਆਪਣਾ ਸਿਰ ਵੱਢ ਕੇ ਦੇਣ ਨੂੰ ਤਿਆਰ ਹੋ ਜਾਂਦੇ। ਅਰਥਾਤ ਕਿ ਇੱਥੇ ਉੱਦਾਂ ਅਸੀਂ ਸਮਝਣਾ ਆ, ਮਹਾਰਾਜ ਨੇ ਗੱਲ ਕੀਤੀ ਹੋਈ ਕਿ ਆਪਣੇ ਹਉਮੈ ਜਿਹੜੀ ਆ ਤਿਆਗ ਦਿੰਦੇ ਆ, ਅਤੇ ਉਹ ਹਉਮੈ ਨੂੰ ਛੱਡ ਕੇ ਉਸ ਗੁਰਮੁਖ ਦੀ ਸੇਵਾ ਕਰਨ ਨੂੰ ਤਿਆਰ ਹੋ ਜਾਂਦੇ। ਐਸੇ ਜਗਿਆਸੂ ਦੀ ਤੜਫ ਹੁੰਦੀ ਆ ਅੰਦਰੋਂ ਪ੍ਰਮਾਤਮਾ ਨਾਲ ਮਿਲਾਪ ਕਰਨ ਲਈ ਕਿ ਮੈਨੂੰ ਕੋਈ ਬਾਤ ਹੀ ਸੁਣਾ ਦੇ ਪ੍ਰਮਾਤਮਾ ਦੀ। ਜਿਹੜਾ ਫਿਰ ਬਾਤ ਸੁਣਾਉਂਦਾ, ਮਹਾਰਾਜ ਕਹਿੰਦੇ ਆ ਕਿ ਜੇਕਰ ਅਸੀਂ ਉਹਨਾਂ ਦੇ ਆਪਣੇ ਕੰਨਾਂ ਨਾਲ ਗੱਲ ਸੁਣ ਲਈਏ, ਮਹਾਰਾਜ ਕਹਿੰਦੇ ਆ ਕਿ ਤਿੰਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ। ਕਿ ਸਾਡਾ ਜਿਹੜਾ ਮਨ ਆ ਉਹ ਨਿਹਾਲ ਹੋ ਜਾਂਦਾ ਜਦੋਂ ਅਸੀਂ ਹਰੀ ਦਾ ਜਸ ਸੁਣਦੇ ਹਾਂ ਆਪਣੇ ਕੰਨਾਂ ਨਾਲ। ਕਮਾਵਾ ਤਿੰਨ ਕੀ ਕਾਰ ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ। ਉਹ ਤਾਂ ਸੇਵਾ ਕਰਨ ਲਈ ਤਿਆਰ ਹੋ ਜਾਂਦੇ ਆ ਜਗਿਆਸੂ ਜਨ। ਐਸਾ ਉਹਨਾਂ ਦੇ ਅੰਦਰ ਪਿਆਰ ਭਾਵਨਾ ਹੁੰਦੀ ਹੈ ਕਿ ਪ੍ਰਮਾਤਮਾ ਨਾਲ ਮਿਲਾਪ ਹੋਏ, ਸਾਨੂੰ ਭੇਦ ਮਿਲ ਜਾਏ ਇਸ ਰਾਹ ਦਾ। ਸੋ ਇੱਥੇ ਸਾਨੂੰ ਗੁਰਬਾਣੀ ਰਾਹੀਂ ਹੀ ਪਤਾ ਲੱਗ ਰਿਹਾ ਆ ਕਿ ਫਰਕ ਕੀ ਆ ਮਨਮੁਖਾਂ ਦਾ। ਇਸ ਭਗਤੀ ਦੇ ਲਾਈਨ 'ਤੇ ਸਿਰਫ ਅਕਾਤਾ ਭੇਦ ਸੁਣਨ ਨਾਲ ਉਹ ਕਿਵੇਂ ਮਨਮੁਖ ਜਿਹੜੇ ਆ ਉਹ ਅਪਸੈਟ ਹੋ ਜਾਂਦੇ, ਅਤੇ ਜਿਹੜੇ ਗੁਰਮੁਖ ਜਾਣੇ ਆ ਇਸ ਰਾਹ ਦੇ ਚੱਲਣ ਵਾਲੇ, ਉਹ ਕਿਵੇਂ ਆਨੰਦ ਵਿੱਚ ਆ ਜਾਂਦੇ ਆ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ। ਕਿ ਨਾਮ ਦੇ ਨਾਲ ਜਿਹੜਾ ਮਨ ਜੁੜ ਜਾਂਦਾ ਉਹਨੂੰ ਹਮੇਸ਼ਾ ਹੀ ਆਨੰਦ ਹੈ। ਹੁਣ ਜਦੋਂ ਅਸੀਂ ਗੁਰੂ ਸਾਹਿਬ ਦੀ ਵੀ ਬਾਤ ਸੁਣਦੇ ਹਾਂ ਨਾ, ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਕਈ ਵਾਰੀ ਸਮਝਾਉਣ ਖਾਤਰ ਸਾਨੂੰ ਦੱਸਦੇ ਕਿ ਸਾਡੇ ਮਨ ਦੀ ਹਾਲਤ ਕੀ ਆ। ਜਿਹੜੇ ਗੁਰਸਿੱਖ ਜਾਣੇ ਆ ਉਹ ਜਦੋਂ ਆਪਣੇ ਗੁਰੂ ਦੀ ਗੱਲ ਸੁਣਦੇ ਆ, ਹੁਣ ਗੁਰੂ ਆਪਣੇ ਸਿੱਖ ਨੂੰ ਝਿੜਕ ਵੀ ਸਕਦਾ, ਗੁਰੂ ਆਪਣੇ ਸਿੱਖ ਦੀ ਵਡਿਆਈ ਵੀ ਕਰ ਸਕਦਾ, ਗੁਰੂ ਆਪਣੇ ਸਿੱਖ ਨੂੰ ਬਖਸ਼ ਵੀ ਸਕਦਾ ਹੈ, ਗੁਰੂ ਆਪਣੇ ਸਿੱਖ ਨੂੰ ਝਿੜਕ ਵੀ ਸਕਦਾ। ਮਹਾਰਾਜ ਕਹਿੰਦੇ ਆ ਕਿ ਜਿਹੜਾ ਗੁਰਸਿੱਖ ਆ ਉਹ ਜਦੋਂ ਫਿਰ ਮਹਾਰਾਜ ਦੇ ਬਚਨ ਸੁਣਦਾ ਉਹਦੀ ਕੀ ਰਿਐਕਸ਼ਨ ਹੁੰਦੀ ਆ, ਉਹ ਦੱਸਿਆ ਸਾਨੂੰ ਗੁਰਬਾਣੀ 'ਚ। ਕਹਿੰਦੇ ਗੁਰਸਿੱਖ ਐਸਾ ਸਮਝਦਾ ਹੈ, ਕਹਿੰਦੇ ਜੇ ਗੁਰ ਝਿੜਕੇ
ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਕਹਿੰਦੇ ਕਿ ਜੇ ਗੁਰੂ ਮੈਨੂੰ ਝਿੜਕ ਦੇਵੇ ਤਾਂ ਮੈਨੂੰ ਮਿੱਠਾ ਲੱਗਦਾ ਹੈ, ਜੇ ਮੇਰੇ ਗੁਨਾਹ ਬਖਸ਼ ਦੇਵੇ ਤੇ ਇਹ ਮੇਰੇ ਗੁਰੂ ਦੀ ਵਡਿਆਈ ਹੈ। ਜਿਹੜੇ ਗੁਰਸਿੱਖ ਆ ਉਹ ਆਪਣੇ ਗੁਰੂ ਤੋਂ ਝਿੜਕ ਖਾ ਕੇ ਵੀ ਅਪਸੈਟ ਨਹੀਂ ਹੁੰਦੇ। ਹੁਣ ਇਹ ਹੈ ਅੱਜ ਦਾ ਜਿਹੜਾ ਟੌਪਿਕ ਆ ਕਿ ਅਸੀਂ ਜਿਨੇ ਇਸ ਮਾਰਗ 'ਤੇ ਚੱਲਦੇ ਹਾਂ ਜੀ, ਅਸੀਂ ਰਿਐਕਸ਼ਨ ਜਿਹੜੀ ਆ ਕਿਵੇਂ ਅਸੀਂ ਕਰਨੀ ਆ ਜਦੋਂ ਸਾਨੂੰ ਅਕਾਤਾ ਭੇਦ ਮਿਲਦਾ ਆ। ਉਹ ਤਾਂ ਹੈ ਕਿ ਅਸੀਂ ਪਿਆਰ ਦਾ ਮਾਰਗ 'ਤੇ ਚੱਲਣਾ ਆ ਅਤੇ ਸਾਨੂੰ ਤਾਂ ਸਮਾਂ ਚਾਅ ਚੜ੍ਹਦਾ ਕਿ ਭਗਤੀ ਦੀ ਗੱਲ ਸੁਣਾਏ। ਅਤੇ ਜਦੋਂ ਅਸੀਂ ਦੂਜਿਆਂ ਨੂੰ ਸੁਣਾਉਣਾ ਆ ਕਿ ਤੁਸੀਂ ਵੀ ਭਗਤੀ ਕਰੋ, ਅਸੀਂ ਉੱਥੇ ਪਰਖ ਕਰ ਲੈਣੀ ਆ ਕਿ ਅਗਲਾ ਇਸ ਮਾਰਗ 'ਤੇ ਚੱਲਣ ਨੂੰ ਵੀ ਤਿਆਰ ਹੈ ਕਿ ਨਹੀਂ। ਕਿਉਂਕਿ ਜਿਹੜਾ ਗਾਹਕ ਨਹੀਂ ਇਸ ਗੱਲ ਦਾ, ਉਹਨੂੰ ਘੱਟ ਹੀ ਸੁਣਾਇਆ ਜਾਂਦਾ। ਉਹਨੂੰ ਅੱਵਲ ਤਾਂ ਉੱਥੇ ਚੁੱਪ ਹੀ ਚੰਗੀ ਹੁੰਦੀ ਆ। ਆਪਣਾ ਅਭਿਆਸ ਕਰਨਾ ਚਾਹੀਦਾ ਸਾਨੂੰ। ਜੇ ਕੋਈ ਉੱਦਾਂ ਮਿਲਦਾ ਹੈ ਜਿਹੜਾ ਜਗਿਆਸੂ ਆ, ਜਿਹੜਾ ਚਾਹੁੰਦਾ ਹੈ ਪ੍ਰਮਾਤਮਾ ਨੂੰ ਮਿਲਾਪ ਕਰਨਾ, ਉਹਨੂੰ ਫਿਰ ਤੁਸੀਂ ਦੱਸ ਸਕਦੇ ਇਸ ਤਰੀਕੇ ਨਾਲ ਤੁਸੀਂ ਅਭਿਆਸ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਕਿਵੇਂ ਸੁਣ ਵਿੱਚ ਜਾਓਗੇ, ਅਨਹਦ ਸ਼ਬਦ ਪ੍ਰਗਟ ਹੋਣਗੇ। ਇੱਦਾਂ ਫਿਰ ਸਾਨੂੰ ਸੇਧ ਮਿਲਦਾ। ਅੱਵਲ ਤਾਂ ਜਿੰਨੇ ਜੀਵ ਆ ਸੰਸਾਰ ਵਿੱਚ ਉਹ ਸੁੱਤੇ ਹੁੰਦੇ ਤ੍ਰੈ ਗੁਣਾਂ ਦੇ ਵਿੱਚ। ਕਈ ਵਾਰੀ ਐਸਾ ਹੁੰਦਾ ਹੈ ਕਿ ਸੰਸਾਰ ਵਿੱਚ ਕੋਈ ਨਾ ਕੋਈ ਵਜ੍ਹਾ ਕਾਰਨ ਜਿਹੜਾ ਮਨ ਆ ਉਹ ਸੰਸਾਰ ਤੋਂ ਉਦਾਸ ਹੋ ਜਾਂਦਾ। ਜਦੋਂ ਮਨ ਅਪਰਾਮ ਹੋ ਜਾਂਦਾ ਤ੍ਰੈ ਗੁਣਾਂ ਤੋਂ, ਸੰਸਾਰ ਤੋਂ, ਉਸ ਵੇਲੇ ਉਹਨੂੰ ਸੇਧ ਚਾਹੀਦੀ ਹੁੰਦੀ ਹੈ। ਉਸ ਵੇਲੇ ਕਾਮ ਕ੍ਰੋਧ ਹੰਕਾਰ ਥੋੜ੍ਹਾ ਜਿਹਾ ਪਿਛਾਂਹ ਹਟੇ ਹੁੰਦੇ ਆ ਅਤੇ ਉਹ ਮਨ ਵੈਰਾਗੀ ਹੁੰਦਾ ਆ। ਤੁਸੀਂ ਜਦੋਂ ਸੰਸਾਰ ਵਿੱਚ ਵਿਚਰਦੇ ਆ ਅਤੇ ਤੁਹਾਨੂੰ ਐਸੇ ਜੀਵ ਮਿਲਣ ਜਿਹੜੇ ਕੋਈ ਨਾ ਕੋਈ ਸੁੱਖ ਸ਼ਾਂਤੀ ਚਾਹੁੰਦੇ ਆ, ਉਸ ਵੇਲੇ ਸਮਝੋ ਕਿ ਇਹ ਸੁਣਨ ਨੂੰ ਤਿਆਰ ਆ ਮਨ। ਪੰਜ ਦੂਤ ਜਿਹੜੇ ਕਾਮ ਕ੍ਰੋਧ ਹੰਕਾਰ, ਇਹਨਾਂ ਨੇ ਥੋੜ੍ਹਾ ਜਿਹਾ ਉਸ ਮਨ ਨੂੰ ਛੁੱਟੀ ਦੇ ਦਿੱਤੀ ਕਿਉਂਕਿ ਉਹਨਾਂ ਨੇ ਆਪਣਾ ਕੰਮ ਕਰ ਲਿਆ, ਇਹਨੂੰ ਇੱਥੋਂ ਉਦਾਸ ਕਰ ਦਿੱਤਾ ਕਿਉਂਕਿ ਇਹਨਾਂ ਨੇ ਆਲਵੇਜ਼ ਅਪਸੈਟ ਕਰਨਾ ਹੁੰਦਾ ਮਨ ਨੂੰ। ਪਰ ਉਸ ਵੇਲੇ ਅਗਲਾ ਸੁਣਨ ਨੂੰ ਜ਼ਿਆਦਾ ਤਿਆਰ ਹੁੰਦਾ ਹੈ। ਅਤੇ ਅੱਗੇ ਕਿਤੇ ਮਹਾਰਾਜ ਕਿਰਪਾ ਕਰਨ ਵਿਚਾਰ ਕਰ ਸਕਦੇ ਹਾਂ ਕਿ ਕਿਵੇਂ ਮਨ ਜਿਹੜਾ ਆ ਇਸ ਨੂੰ ਕਾਮ ਕ੍ਰੋਧ ਹੰਕਾਰ ਕਾਬੂ ਕਰਦੇ। ਅਤੇ ਤੁਸੀਂ ਅਗਲੇ ਦੇ ਚਿਹਰੇ ਵੱਲ ਦੇਖ ਕੇ ਅੰਦਾਜ਼ਾ ਲਾ ਸਕਦੇ ਕਿ ਕਿਹੜਾ ਦੂਤ ਇਹਨੂੰ ਮਨ ਨੂੰ, ਇਸ ਦੀ ਜੋਤ ਨੂੰ ਕਾਬੂ ਕਰ ਬੈਠਾ ਹੈ। ਇਹ ਗੁਰਬਾਣੀ 'ਚ ਸਾਰਾ ਭੇਦ ਦਿੱਤਾ ਹੋਇਆ। ਅਤੇ ਜਦੋਂ ਇਹਨਾਂ ਕਾਮ ਕ੍ਰੋਧ ਹੰਕਾਰ ਤੋਂ ਰਹਿਤ ਹੁੰਦਾ ਆ ਮਨ, ਉਦੋਂ ਵੀ ਤੁਸੀਂ ਅਗਲੇ ਦੇ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਕਿ ਇਹਦਾ ਮਨ ਜਿਹੜਾ ਇਸ ਵੇਲੇ ਪੰਜਾਂ ਦੂਤਾਂ ਤੋਂ ਫਰੀ ਆ। ਉਸ ਵੇਲੇ ਜਿਹੜਾ ਮੌਕਾ ਹੁੰਦਾ ਆ ਮਨ ਨੂੰ ਸੇਧ ਦੇਣ ਦਾ। ਕਈ ਵਾਰੀ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਨੂੰ ਸਮਝਾਉਣਾ ਚਾਹੁੰਦੇ ਹੁੰਦੇ ਆ ਕਿ ਕਿੱਧਰਲੇ ਪਾਸੇ ਨੂੰ ਚੱਲਣਾ ਆ, ਸੱਚ ਦੇ ਮਾਰਗ 'ਤੇ ਕਿਵੇਂ ਚੱਲਣਾ ਆ, ਪਰਮਾਤਮਾ ਨਾਲ ਮਿਲਾਪ ਕਿਵੇਂ ਕਰ ਸਕਦੇ ਹਾਂ। ਅਤੇ ਪਰਿਵਾਰ ਦਾ ਮੈਂਬਰ ਜਿਹੜਾ ਹੈ ਸਾਨੂੰ ਹੁੰਦਾ ਕਿ ਉਹਦੇ ਨਾਲ ਪਿਆਰ ਅਸੀਂ ਦੱਸਣਾ ਚਾਹੁੰਦੇ ਹਾਂ, ਪਰ ਉਹਨਾਂ ਦਾ ਜਿਹੜਾ ਮਨ ਆ ਉਹ ਕਾਮ ਕ੍ਰੋਧ ਹੰਕਾਰ ਦੇ ਅਧੀਨ ਹੁੰਦਾ ਆ। ਪਰ ਉੱਥੇ ਚੁੱਪ ਹੋਣਾ ਹੈ। ਜਿਸ ਵੇਲੇ ਤੁਹਾਨੂੰ ਦੱਸੇ ਕਿ ਇਹ ਹੁਣ ਫਰੀ ਆ, ਇਹਨਾਂ ਤੋਂ ਥੋੜ੍ਹਾ ਜਿਹਾ ਇਹਨਾਂ ਤੋਂ ਛੁਟਕਾਰਾ ਮਿਲਿਆ ਪੰਜਾਂ ਦੂਤਾਂ ਤੋਂ ਇਸ ਮਨ ਨੂੰ, ਉਸ ਵੇਲੇ ਉਹ ਸੁਣਨ ਨੂੰ ਜ਼ਿਆਦਾ ਤਿਆਰ ਹੋਊਗਾ। ਇਹ ਕਈ ਵਾਰੀ ਸਵਾਲ ਹੁੰਦਾ ਹੈ ਕਈ ਗੁਰਮੁਖਾਂ ਦਾ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਮੈਂਬਰ ਸੁਣਦਾ ਨਹੀਂ। ਇਸ ਤਰੀਕੇ ਦੇ ਨਾਲ ਤੁਸੀਂ ਫਿਰ ਜੇ ਅੰਦਾਜ਼ਾ ਲਾਓਗੇ ਕਿ ਕਦੋਂ ਉਹ ਸੁਣਨ ਨੂੰ ਤਿਆਰ ਹੈ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮੈਂ ਇਹਨੂੰ ਗੱਲ ਸੁਣਾ ਸਕਦਾ, ਹੁਣ ਇਹਨੇ ਸੁਣਨਾ। ਨਹੀਂ ਤਾਂ ਜਿੰਨਾ ਚਿਰ ਉਹ ਕਾਮ ਕ੍ਰੋਧ ਹੰਕਾਰ ਦੇ ਕਾਬੂ ਦੇ ਵਿੱਚ ਹੈ ਪੂਰੀ ਤਰ੍ਹਾਂ, ਉਹ ਬਿਲਕੁਲ ਨਹੀਂ ਜਿਹੜਾ ਜੀਵ ਉਸ ਵੇਲੇ ਸੁਣਨ ਨੂੰ ਤਿਆਰ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਏ ਕੋਈ ਵੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।